हाँ जी, सत श्री अकाल जी साਰਿਆਂ ਨੂੰ। ਸੋ ਪੰਜਾਬ ਮੀਡੀਆ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਤੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਫੈਕਟਸ ਬਾਰੇ। ਸੋ ਕੁਝ ਉਹ ਡੂੰਘੀਆਂ ਜਾਣਕਾਰੀਆਂ ਜੋ ਸ਼ਾਇਦ ਤੁਹਾਨੂੰ ਨਹੀਂ ਪਤਾ ਹੋਣਗੀਆਂ ਤੇ ਅੱਜ ਆਪਾਂ ਗੱਲ ਕਰਾਂਗੇ ਇਜ਼ਰਾਈਲ ਤੇ ਪੈਲੇਸਟਾਈਨ ਦੇ ਮੁੱਦੇ ਬਾਰੇ, ਜੋ ਕਿ ਪਿਛਲੇ ਕੁਝ ਦਿਨਾਂ ਵਿੱਚ ਬਹੁਤ ਜ਼ਿਆਦਾ ਭਖਿਆ ਸੀ। ਜਿਵੇਂ ਕਿ ਤੁਸੀਂ ਦੇਖਿਆ ਹੋਵੇਗਾ ਕਿ ਸ਼ਰੇਆਮ ਮਿਜ਼ਾਈਲਾਂ ਦਾਗੀਆਂ ਗਈਆਂ ਸੀ, ਪਰ ਹੁਣ ਇਹ ਮਸਲਾ ਕੁਝ ਹੱਦ ਤੱਕ ਹੱਲ ਹੋ ਗਿਆ ਹੈ। ਕਹਿਣ ਦਾ ਮਤਲਬ ਕਿ ਵਾਰ ਬੰਦ ਹੋ ਗਈ ਹੈ। ਸੋ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਹ ਦੇਸ਼ ਨੂੰ ਪੈਲੇਸਟਾਈਨ ਵੀ ਕਿਹਾ ਜਾਂਦਾ ਹੈ ਤੇ ਫਿਲਿਸਤੀਨ ਵੀ ਕਿਹਾ ਜਾਂਦਾ ਹੈ ਤੇ ਇਹ ਲੜਾਈ ਨੂੰ ਸੀਜ਼ ਫਾਇਰ ਕਰਕੇ ਬੰਦ ਕਰ ਦਿੱਤਾ ਗਿਆ ਹੈ। ਸੀਜ਼ ਫਾਇਰ ਮਤਲਬ ਇੱਕ ਸਮਝੌਤਾ ਹੁੰਦਾ ਹੈ ਜਿਸ ਵਿੱਚ ਦੋਨੋਂ ਦੇਸ਼ਾਂ ਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਵੀ ਹਥਿਆਰਾਂ ਦਾ ਯੂਜ਼ ਨਹੀਂ ਕਰਨਾ ਤੇ ਅਸੀਂ ਵੀ ਨਹੀਂ ਕਰਾਂਗੇ, ਤੇ ਇਹੀ ਸਮਝੌਤੇ ਨੂੰ ਟੈਕਨੀਕਲ ਭਾਸ਼ਾ ਵਿੱਚ ਸੀਜ਼ ਫਾਇਰ ਕਿਹਾ ਜਾਂਦਾ ਹੈ। ਤੇ ਇਹ ਸਮਝੌਤਾ ਯੂਐਨਓ ਦੇ ਦਬਾਅ ਨਾਲ ਨਹੀਂ ਹੋਇਆ, ਬਲਕਿ ਕੁਝ ਹੋਰ ਦੇਸ਼ਾਂ ਦੇ ਦਬਾਅ ਨਾਲ ਹੋਇਆ ਜਿਨ੍ਹਾਂ ਨੂੰ ਇਸ ਯੁੱਧ ਕਾਰਨ ਜ਼ਿਆਦਾ ਨੁਕਸਾਨ ਹੋਣਾ ਸੀ। ਜਿਵੇਂ ਕਿ ਸਭ ਤੋਂ ਜ਼ਿਆਦਾ ਦਬਾਅ ਇਜਿਪਟ ਨੇ ਪਾਇਆ ਸੀ, ਕਿਉਂਕਿ ਜਿੰਨੇ ਲੋਕ ਵੀ ਗਾਜ਼ਾ ਤੋਂ ਭੱਜਣਗੇ ਉਹ ਇਜਿਪਟ ਵਿੱਚ ਹੀ ਵੜਨਗੇ। ਸੋ ਇਹ ਸਾਰੇ ਮਸਲੇ ਨੂੰ ਅੱਜ ਆਪਾਂ ਸੌਖੇ ਸ਼ਬਦਾਂ ਵਿੱਚ ਸਮਝਾਂਗੇ। ਸੋ ਬਹੁਤ ਸਾਰੇ ਲੋਕਾਂ ਨੂੰ ਇਸ ਬਾਰੇ ਪਤਾ ਵੀ ਹੋਵੇਗਾ, ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਅੱਜ ਇਹ ਵੀਡੀਓ ਤੋਂ ਬਾਅਦ ਚੰਗੀ ਤਰ੍ਹਾਂ ਸਮਝ ਆ ਜਾਵੇਗੀ। ਸੋ 11 ਦਿਨ ਤੱਕ ਚੱਲੇ ਇਸ ਹਮਲੇ ਵਿੱਚ 250 ਤੋਂ ਜ਼ਿਆਦਾ ਪੈਲੇਸਟਾਈਨ ਦੇ ਲੋਕ ਮਾਰੇ ਗਏ ਨੇ ਤੇ 1500 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਨੇ। ਤੇ ਇਸ ਦੇ ਮੁਕਾਬਲੇ ਇਜ਼ਰਾਈਲ ਵਿੱਚ ਘੱਟ ਨੁਕਸਾਨ ਹੋਇਆ, ਪਰ ਹੋਇਆ ਜ਼ਰੂਰ ਹੈ। ਉੱਥੇ 12 ਲੋਕਾਂ ਦੀ ਜਾਨ ਗਈ ਹੈ ਤੇ ਉਹ ਵੀ ਆਮ ਜਨਤਾ ਦੀ, ਤੇ ਇਹਨਾਂ ਵਿੱਚ ਇੱਕ ਇੰਡੀਅਨ ਵੀ ਸੀ। ਸੋ ਜੇਕਰ ਅਸੀਂ 1948 ਦੇ ਵਿੱਚ ਜਾ ਕੇ ਦੇਖੀਏ ਤਾਂ ਇਹ ਪੂਰਾ ਇਜ਼ਰਾਈਲ ਹੈ ਹੀ ਨਹੀਂ ਸੀ। ਅਸਲ ਵਿੱਚ 1948 ਤੋਂ ਪਹਿਲਾਂ ਇਹ ਪੂਰਾ ਨਕਸ਼ਾ ਪੈਲੇਸਟਾਈਨ ਸੀ, ਪਰ ਇਸ ਤੋਂ ਬਾਅਦ ਫਿਰ ਯੂਐਨਓ ਨੇ ਇਸ ਦਾ ਪਾਰਟੀਸ਼ਨ ਕੀਤਾ ਤੇ ਹਮੇਸ਼ਾ ਵੱਡੇ ਮੁਲਕਾਂ ਨੇ ਜਾਣ ਬੁੱਝ ਕੇ ਇਹ ਦੇਸ਼ਾਂ ਦੇ ਪਾਰਟੀਸ਼ਨ ਇਦਾਂ ਬਣਾਏ ਕਿ ਇਹਨਾਂ ਦੀ ਆਪਸ ਵਿੱਚ ਲੜਾਈ ਹੁੰਦੀ ਰਹੇ ਤੇ ਸਾਡੇ ਹਥਿਆਰ ਵਿਕਦੇ ਰਹਿਣ। ਜਿਵੇਂ ਕਿ ਤੁਸੀਂ ਨਕਸ਼ੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਥੋੜਾ ਜਿਹਾ ਪੈਲੇਸਟਾਈਨ ਉੱਤੇ ਦੇ ਦਿੱਤਾ ਤੇ ਥੋੜਾ ਜਿਹਾ ਪਤਲਾ ਰਸਤਾ, ਫਿਰ ਅੱਗੇ ਪੈਲੇਸਟਾਈਨ ਤੇ ਥੋੜਾ ਜਿਹਾ ਪਤਲਾ ਰਸਤਾ, ਫਿਰ ਅੱਗੇ ਪੈਲੇਸਟਾਈਨ। ਤੇ ਇਸੇ ਤਰ੍ਹਾਂ ਇਹਨਾਂ ਨੇ ਇੰਡੀਆ ਨੂੰ ਵੀ ਵੰਡਿਆ ਸੀ, ਅੱਧਾ ਪਾਕਿਸਤਾਨ ਇਸ ਸਾਈਡ, ਅੱਧਾ ਇਸ ਸਾਈਡ, ਤੇ ਬਾਅਦ ਵਿੱਚ ਜੋ ਬੰਗਲਾਦੇਸ਼ ਬਣ ਗਿਆ। ਪਰ ਜੇਕਰ ਪਾਕਿਸਤਾਨ ਦੀ ਵੰਡ ਹੁੰਦੀ ਹੀ ਨਾ ਤਾਂ ਅੱਜ ਸਾਡੀ ਆਰਥਿਕ ਸਥਿਤੀ ਬਹੁਤ ਤਕੜੀ ਹੋਣੀ ਸੀ ਤੇ ਨਾ ਹੀ ਸਾਡੀ ਕਿਸੇ ਨਾਲ ਵਾਰ ਹੋਣੀ ਸੀ। ਜੋ ਖਰਚ ਅੱਜ ਸਾਡਾ ਪਾਕਿਸਤਾਨ ਦੀ ਸਰਹੱਦ ਤੇ ਸਿਕਿਉਰਿਟੀ ਦੇਣ ਦਾ ਆ ਰਿਹਾ ਹੈ, ਉਸ ਨਾਲ ਅਸੀਂ ਦੇਸ਼ ਵਿੱਚ ਹੋਰ ਬਹੁਤ ਕੰਮ ਕਰ ਸਕਦੇ ਸੀ। ਸੋ ਅੱਗੇ ਵਧਣ ਤੋਂ ਪਹਿਲਾਂ ਤੁਹਾਨੂੰ ਇੱਕ ਬਹੁਤ ਹੀ ਕਮਾਲ ਦੀ ਐਪ ਬਾਰੇ ਦੱਸ ਦਈਏ। ਸੋ ਜੇਕਰ ਤੁਸੀਂ ਆਨਲਾਈਨ ਰਿਚਾਰਜ ਤੇ ਸ਼ਾਪਿੰਗ ਕਰਦੇ ਹੋ, ਮਤਲਬ ਕਿ Amazon, Flipkart ਤੇ Myntra ਵਰਗੀਆਂ ਵੈਬਸਾਈਟਸ ਨੂੰ ਯੂਜ਼ ਕਰਦੇ ਹੋ, ਤਾਂ ਤੁਹਾਨੂੰ ਸਭ ਨੂੰ ਕੈਸ਼ ਕਰੋ ਜ਼ਰੂਰ ਯੂਜ਼ ਕਰਨਾ ਚਾਹੀਦਾ ਹੈ। ਸੋ ਤੁਹਾਨੂੰ ਦੱਸ ਦਈਏ ਕਿ ਕੈਸ਼ ਕਰੋ ਇੰਡੀਆ ਦਾ ਸਭ ਤੋਂ ਵੱਡਾ ਕੈਸ਼ਬੈਕ ਐਪ ਹੈ, ਜੋ ਕਿ ਤੁਹਾਨੂੰ ਹਰ ਤਰ੍ਹਾਂ ਦੀ ਆਨਲਾਈਨ ਸ਼ਾਪਿੰਗ ਤੇ ਮੈਸਿਵ ਕੈਸ਼ਬੈਕ ਤੇ ਰਿਵਾਰਡਸ ਦਿੰਦਾ ਹੈ। ਤੇ ਇਹ ਪੈਂਡੇਮਿਕ ਵਿੱਚ ਕੈਸ਼ ਕਰੋ ਤੁਹਾਡੇ ਬਹੁਤ ਹੀ ਕੰਮ ਆ ਸਕਦਾ ਹੈ, ਜਿਵੇਂ ਕਿ ਡੇਲੀ ਐਸੈਂਸ਼ੀਅਲ ਮੈਡੀਸਨ ਤੇ ਹੋਰ ਘਰ ਦਾ ਸਮਾਨ ਤੁਸੀਂ ਕੈਸ਼ ਕਰੋ ਦੇ ਥਰੂ ਮੰਗਾ ਸਕਦੇ ਹੋ। ਤੇ ਕੈਸ਼ ਕਰੋ ਤੇ ਤੁਹਾਨੂੰ ਕੁਝ ਹੋਰ ਵੀ ਕਮਾਲ ਦੇ ਆਫਰ ਮਿਲ ਜਾਣਗੇ, ਜਿਵੇਂ ਕਿ 8% ਤੱਕ ਕੈਸ਼ਬੈਕ ਐਜੀਓ ਤੇ 15% ਤੱਕ ਦਾ ਕੈਸ਼ਬੈਕ ਮਮਾ ਅਰਥ ਦੇ ਪ੍ਰੋਡਕਟ ਤੇ 30% ਤੱਕ ਦਾ ਕੈਸ਼ਬੈਕ ਜੰਡੂ ਕੇਅਰ ਤੇ। ਸੋ ਇਸੇ ਤਰ੍ਹਾਂ ਤੁਹਾਨੂੰ ਹੋਰ ਵੀ ਬਹੁਤ ਸਾਰੇ ਬੈਨੀਫਿਟਸ ਮਿਲ ਜਾਣਗੇ। ਸੋ ਇੱਕ ਵਾਰੀ ਚੈੱਕ ਜ਼ਰੂਰ ਕਰਿਓ। ਸੋ ਕੈਸ਼ ਕਰੋ ਨੂੰ ਯੂਜ਼ ਕਰਨ ਲਈ ਦੋ ਸਿੰਪਲ ਸਟੈਪ ਨੇ। ਸਭ ਤੋਂ ਪਹਿਲਾਂ ਤੁਸੀਂ ਡਿਸਕ੍ਰਿਪਸ਼ਨ ਵਿੱਚ ਦਿੱਤੇ ਗਏ ਲਿੰਕ ਰਾਹੀਂ ਡਾਊਨਲੋਡ ਕਰਕੇ ਇਸ ਵਿੱਚ ਸਾਈਨ ਅਪ ਕਰਨਾ ਹੈ ਤੇ ਤੁਸੀਂ ਪਲੇ ਸਟੋਰ ਤੋਂ ਸਿੱਧਾ ਡਾਊਨਲੋਡ ਵੀ ਕਰ ਸਕਦੇ ਹੋ। ਤੇ ਸਾਈਨ ਅਪ ਕਰਨ ਸਮੇਂ ਪੰਜਾਬ 25 ਕੋਡ ਜ਼ਰੂਰ ਯੂਜ਼ ਕਰ ਲਿਓ ਤਾਂ ਜੋ ਤੁਹਾਨੂੰ 25 ਰੁਪਏ ਐਕਸਟਰਾ ਮਿਲ ਸਕਣ। ਤੇ ਉਸ ਤੋਂ ਬਾਅਦ ਤੁਸੀਂ ਇਸ ਵਿੱਚ ਕੋਈ ਵੀ ਵੈਬਸਾਈਟ ਸਿਲੈਕਟ ਕਰੋ, ਜਿਵੇਂ ਕਿ ਮੈਂ Amazon ਸਿਲੈਕਟ ਕਰ ਰਿਹਾ ਹਾਂ, ਤੇ ਉਸ ਤੋਂ ਬਾਅਦ ਔਰੰਜ ਬਟਨ ਤੇ ਟੈਪ ਕਰਨ ਨਾਲ ਤੁਸੀਂ ਸਿੱਧਾ ਉਸ ਵੈਬਸਾਈਟ ਤੇ ਪਹੁੰਚ ਜਾਵੋਗੇ। ਤੇ ਇੱਥੇ ਹੁਣ ਤੁਸੀਂ ਜਿੱਦਾਂ Amazon ਤੇ ਸ਼ਾਪਿੰਗ ਕਰਦੇ ਹੋ ਉਦਾਂ ਹੀ ਕਰਨੀ ਹੈ। ਤੇ ਜਦੋਂ ਪ੍ਰੋਡਕਟ ਦੀ ਪੇਮੈਂਟ ਤੁਸੀਂ ਕਰ ਦਿੱਤੀ, ਉਸ ਤੋਂ ਬਾਅਦ ਤੁਸੀਂ ਕੈਸ਼ ਕਰੋ ਦੇ ਮਾਈ ਅਰਨਿੰਗ ਸੈਕਸ਼ਨ ਵਿੱਚ ਜਾ ਕੇ ਆਪਣਾ ਕੈਸ਼ਬੈਕ ਚੈੱਕ ਕਰ ਸਕਦੇ ਹੋ। ਤੇ ਜਦੋਂ ਕੈਸ਼ਬੈਕ ਕਨਫਰਮ ਹੋ ਜਾਵੇਗਾ ਤਾਂ ਤੁਸੀਂ ਇਸ ਨੂੰ ਸਿੱਧਾ ਬੈਂਕ ਟ੍ਰਾਂਸਫਰ ਕਰ ਸਕਦੇ ਹੋ। ਸੋ ਇਸ ਨੂੰ ਡਾਊਨਲੋਡ ਕਰਨ ਲਈ ਤੁਹਾਨੂੰ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ। ਤੇ ਹੁਣ ਉਸ ਤੋਂ ਬਾਅਦ ਇਜ਼ਰਾਈਲ ਨੇ ਅਗਲੇ ਸਾਲਾਂ ਵਿੱਚ ਉੱਪਰ ਵਾਲਾ ਹਿੱਸਾ ਦੱਬ ਲਿਆ ਤੇ ਨੀਚੇ ਵਾਲਾ ਵੀ। ਤੇ ਹੁਣ ਤੁਸੀਂ ਪੈਲੇਸਟਾਈਨ ਦਾ ਹਿੱਸਾ ਦੇਖ ਸਕਦੇ ਹੋ, ਇਹ ਛੋਟਾ ਹੁੰਦਾ ਜਾ ਰਿਹਾ ਹੈ। ਮਤਲਬ ਕੁੱਲ ਮਿਲਾ ਕੇ ਜੋ ਪੈਲੇਸਟਾਈਨ ਦੀ 100% ਜਗ੍ਹਾ ਸੀ, ਉਸ ਦੀ ਹੁਣ ਸਿਰਫ 12% ਜਗ੍ਹਾ ਬਚ ਗਈ ਹੈ। ਤੇ ਹੁਣ ਇਜ਼ਰਾਈਲ ਦਾ ਚਾਰੇ ਪਾਸੇ ਤੋਂ ਕਬਜ਼ਾ ਹੋਣ ਕਾਰਨ ਇਜ਼ਰਾਈਲ ਨੇ ਪੈਲੇਸਟਾਈਨ ਦੇ ਇਸ ਏਰੀਏ ਤੇ ਬਹੁਤ ਨਿਯਮ ਬਣਾ ਕੇ ਰੱਖੇ ਹੋਏ ਨੇ ਕਿ ਇਹ 에ਅਰ ਫੋਰਸ ਨਹੀਂ ਰੱਖ ਸਕਦੇ, ਆਰਮੀ ਨਹੀਂ ਰੱਖ ਸਕਦੇ, ਹਥਿਆਰ ਨਹੀਂ ਰੱਖ ਸਕਦੇ। ਪਰ ਇਜ਼ਰਾਈਲ ਆਪ ਸਭ ਕੁਝ ਰੱਖ ਸਕਦਾ ਹੈ ਕਿਉਂਕਿ ਉਸ ਕੋਲ ਤਾਕਤ ਹੈ। ਪਰ ਜੋ ਹਮਲਾ ਹੋ ਰਿਹਾ ਉਹ ਵਿੱਚ ਵਾਲੇ ਹਿੱਸੇ ਤੋਂ ਨਹੀਂ, ਇਹ ਸਾਈਡ ਵਾਲੇ ਹਿੱਸੇ ਤੋਂ ਹੋ ਰਿਹਾ ਸੀ, ਜਿਸ ਨੂੰ ਗਾਜ਼ਾ ਪੱਟੀ ਕਿਹਾ ਜਾਂਦਾ ਹੈ। ਤੇ ਜੋ ਹਮਲਾ ਹੋਇਆ ਇਹ ਉੱਥੋਂ ਦੀ ਆਰਮੀ ਨਹੀਂ ਬਲਕਿ ਹਮਾਸ ਕਰ ਰਿਹਾ ਹੈ, ਜੋ ਕਿ ਇਜ਼ਰਾਈਲ ਦੇ ਹਿਸਾਬ ਨਾਲ ਇੱਕ ਆਤੰਕਵਾਦੀ ਸੰਗਠਨ ਹੈ। ਤੇ ਤੁਸੀਂ ਦੇਖ ਸਕਦੇ ਹੋ ਕਿ ਇਹ ਸਾਰਾ ਏਰੀਆ ਪੈਲੇਸਟਾਈਨ ਦਾ ਸੀ, ਜੋ ਕਾਲਾ ਏਰੀਆ ਇਹ ਯਹੂਦੀਆਂ ਦਾ ਸੀ, ਮਤਲਬ ਇਜ਼ਰਾਈਲ ਦਾ। ਤੇ ਇੱਥੇ ਕੁੱਲ ਮਿਲਾ ਕੇ ਇਜ਼ਰਾਈਲ ਕੋਲ ਬਹੁਤ ਪਾਵਰ ਹੈ
ਇਜ਼ਰਾਈਲ ਇਹਨਾਂ ਨੂੰ ਥੋੜਾ ਬਹੁਤ ਉਕਸਾਉਂਦਾ ਹੈ ਤੇ ਜਿਸ ਕਾਰਨ ਉਹ ਗਲੀ ਮੁਹੱਲੇ ਤੇ ਹਮਲਾ ਕਰਦੇ ਨੇ ਤੇ ਇਜ਼ਰਾਈਲ ਫਿਰ ਆਪਣੀ 에ਅਰ ਫੋਰਸ ਭੇਜ ਕੇ ਉਹਨਾਂ ਦੀ ਜਗ੍ਹਾ ਤੇ ਕਬਜ਼ਾ ਕਰ ਲੈਂਦਾ ਹੈ ਤੇ ਇਹ ਵਿਵਾਦ ਸ਼ੁਰੂ ਹੁੰਦਾ ਹੈ ਜੇਰੂਸਲਮ ਤੋਂ, ਜਿੱਥੇ ਮੱਕਾ ਮਦੀਨਾ ਤੋਂ ਬਾਅਦ ਤੀਜਾ ਪਵਿੱਤਰ ਮਸਜਿਦ ਹੈ ਜੋ ਕਿ ਜੇਰੂਸਲਮ 'ਚ ਹੈ। ਤੇ ਹੁਣ ਜੇਰੂਸਲਮ ਨਾ ਹੀ ਪੈਲਸਟੀਨ ਦਾ ਤੇ ਨਾ ਹੀ ਇਜ਼ਰਾਈਲ ਦਾ ਹੈ ਤੇ ਜੇਰੂਸਲਮ ਤੇ ਅਧਿਕਾਰ ਯੂਐਨਓ ਦਾ ਹੈ, ਪਰ ਫਿਰ ਵੀ ਇਜ਼ਰਾਈਲ ਉਸ ਤੇ ਕਬਜ਼ਾ ਕਰਦਾ ਕਰਦਾ ਅੱਗੇ ਵਧਦਾ ਰਹਿੰਦਾ ਹੈ। ਤੇ ਹੁਣ ਇੱਥੇ ਇੱਕ ਜਗ੍ਹਾ ਹੈ ਜਿਸ ਦਾ ਨਾਮ ਹੈ ਸ਼ੇਖ ਜਰਾ। ਇੱਥੋਂ ਦੀ ਸੁਪਰੀਮ ਕੋਰਟ ਨੇ ਕਿਹਾ ਕਿ ਜੋ ਇੱਥੇ ਪੈਲਸਟੀਨ ਦੇ ਲੋਕ ਰਹਿੰਦੇ ਨੇ ਇਹਨਾਂ ਨੂੰ ਖਾਲੀ ਕਰਵਾ ਦਿੱਤਾ ਜਾਵੇ ਕਿਉਂਕਿ ਇਹ ਇਜ਼ਰਾਈਲ ਦੀ ਜਗ੍ਹਾ ਹੈ। ਤੇ ਉਹਨਾਂ ਨੇ ਕਿਹਾ ਕਿ ਇਹ ਜਗ੍ਹਾ ਇਜ਼ਰਾਈਲ ਵਾਲਿਆਂ ਨੇ 150 ਸਾਲ ਪਹਿਲਾਂ ਬਹੁਤ ਮਹਿੰਗੇ ਦਾਮ ਤੇ ਖਰੀਦੀ ਸੀ, ਜੋ ਕਿ ਅਰਬ ਦੇ ਲੋਕਾਂ ਤੋਂ ਖਰੀਦੀ ਸੀ ਤੇ 500 ਦੇ ਕਰੀਬ ਘਰਾਂ ਨੂੰ ਜੀਸੀਬੀ ਚਲਾ ਕੇ ਤੜਾਉਣਾ ਸ਼ੁਰੂ ਕਰ ਦਿੱਤਾ। ਤੇ ਹੁਣ ਲੋਕਾਂ ਦਾ ਇੱਥੇ ਇਹ ਕਹਿਣਾ ਸੀ ਕਿ ਜੇ 150 ਸਾਲ ਪੁਰਾਣੇ ਹਿਸਾਬ ਨਾਲ ਚੱਲੀਏ ਤਾਂ ਬਹੁਤ ਸਾਰੇ ਲੋਕਾਂ ਦੇ ਘਰ ਤੋੜਨੇ ਪੈਣਗੇ, ਸੋ ਇਹ ਪੁਰਾਣਾ ਮੈਟਰ ਹੁਣ ਨਹੀਂ ਛੇੜਨਾ ਚਾਹੀਦਾ। ਸੋ ਜਿੱਥੇ ਇਹ ਖਾਲੀ ਕਰਵਾਇਆ ਜਾ ਰਿਹਾ ਸੀ ਇੱਥੋਂ ਹੀ ਥੋੜੀ ਦੂਰੀ ਤੇ ਅਲੈਕਸਾ ਮਸਜਿਦ ਹੈ। ਸੋ ਸ਼ੁੱਕਰਵਾਰ ਦੀ ਨਮਾਜ਼ ਪੜ੍ਹਨ ਲਈ ਜਦੋਂ ਲੋਕ ਇਕੱਠੇ ਹੋਏ ਤਾਂ ਇਜ਼ਰਾਈਲ ਦੀਆਂ ਖੁਫੀਆ ਏਜੰਸੀਆਂ ਨੂੰ ਪਤਾ ਸੀ ਕਿ ਅਸੀਂ ਜਗ੍ਹਾ ਖਾਲੀ ਕਰਾ ਰਹੇ ਹਾਂ ਤੇ ਜਿਸ ਕਾਰਨ ਇੱਥੇ ਕੋਈ ਨਾ ਕੋਈ ਵਿਵਾਦ ਹੋ ਸਕਦਾ ਹੈ ਤੇ ਇਹਨਾਂ ਨੇ ਫਿਰ ਆਪਣੀ ਸਿਕਿਉਰਿਟੀ ਲਗਾ ਦਿੱਤੀ ਤੇ ਸਿਕਿਉਰਿਟੀ ਨਾਲ ਜਦੋਂ ਤੂੰ ਮੈਂ ਹੋਈ ਤੇ ਪਥਰਾਓਬਾਜ਼ੀ ਸ਼ੁਰੂ ਹੋ ਗਈ ਤੇ ਜਿਸ ਤੋਂ ਬਾਅਦ ਗਾਰਡਸ ਨੇ ਫਿਰ ਉਹਨਾਂ ਤੇ ਰਬੜ ਦੀਆਂ ਗੋਲੀਆਂ ਤੇ ਹੋਰ ਬਹੁਤ ਕੁਝ ਸੱਟਿਆ। ਕੁੱਲ ਮਿਲਾ ਕੇ ਪੂਰਾ ਮਾਹੌਲ ਖਰਾਬ ਹੋ ਗਿਆ ਤੇ ਰਬੜ ਦੀਆਂ ਗੋਲੀਆਂ ਤੋਂ ਬਿਨਾਂ ਹੋਰ ਛੋਟੇ-ਮੋਟੇ ਬੰਬ ਵੀ ਸੱਟੇ ਤੇ ਜਿਸ ਤੋਂ ਬਾਅਦ ਇਜ਼ਰਾਈਲ ਤੇ ਬਹੁਤ ਦਬਾਅ ਬਣਾਇਆ ਗਿਆ ਅਲੱਗ-ਅਲੱਗ ਦੇਸ਼ਾਂ ਤੋਂ ਤੇ ਯੂਐਨਓ ਦਾ ਕਹਿਣਾ ਸੀ ਕਿ ਉਹ ਏਰੀਆ ਸਾਡੇ ਅੰਡਰ ਆ ਰਿਹਾ ਹੈ, ਤੁਸੀਂ ਉੱਥੇ ਕਿਵੇਂ ਪੰਗਾ ਲੈ ਰਹੇ ਹੋ। ਤੇ ਹੁਣ ਇਜ਼ਰਾਈਲ ਦੀ ਆਬਾਦੀ 1 ਕਰੋੜ ਦੇ ਨੇੜੇ ਤੇੜੇ ਹੈ, ਜਿਹਦੇ ਵਿੱਚੋਂ 15-16 ਲੱਖ ਮੁਸਲਿਮ ਨੇ ਤੇ ਹੁਣ ਉਹ ਵੀ ਵਿਰੋਧ ਦੇ ਵਿੱਚ ਆ ਗਏ ਸੀ ਕਿਉਂਕਿ ਇਹ ਮਸਲਾ ਹੁਣ ਰਾਜਨੀਤਿਕ ਨਹੀਂ ਬਲਕਿ ਧਾਰਮਿਕ ਬਣ ਗਿਆ ਸੀ। ਤੇ ਹੁਣ ਇਜ਼ਰਾਈਲ ਦੀ ਸਰਕਾਰ ਤੇ ਪ੍ਰੈਸ਼ਰ ਬਾਹਰ ਤੋਂ ਵੀ ਸੀ ਤੇ ਦੇਸ਼ ਦੇ ਅੰਦਰ ਤੋਂ ਵੀ ਤੇ ਇਹ ਸਾਰੇ ਮੈਟਰ ਵਿੱਚ ਫਿਰ ਐਂਟਰੀ ਹੁੰਦੀ ਹੈ ਹਮਾਸ ਦੀ। ਤੇ ਪੈਲਸਟੀਨ ਦੇ ਲੋਕ ਕਹਿੰਦੇ ਨੇ ਕਿ ਸਾਨੂੰ 1947 ਦਾ ਜੋ 48% ਸਾਡਾ ਹਿੱਸਾ ਸੀ ਉਹੀ ਹੁਣ ਦਵਾ ਦਿਓ ਤੇ ਇਜ਼ਰਾਈਲ ਕਹਿੰਦਾ ਕਿ ਇਦਾਂ ਕਿਵੇਂ, ਜਦੋਂ ਉਹਨਾਂ ਕੋਲ 48% ਸੀ ਉਦੋਂ ਉਹ ਹਮਲਾ ਕਰਕੇ ਹੋਰ ਵਧਾਉਣਾ ਚਾਹੁੰਦੇ ਸੀ। ਜਿੰਨੀ ਵਾਰ ਉਹਨਾਂ ਨੇ ਹਮਲਾ ਕੀਤਾ ਉਨੀ ਵਾਰ ਉਹਨਾਂ ਦਾ ਹਿੱਸਾ ਘਟਦਾ ਗਿਆ ਤੇ ਹੁਣ ਜੋ ਵਿੱਚ ਬਚਿਆ ਹੈ ਇਸ ਨੂੰ ਕਹਿੰਦੇ ਨੇ ਵੈਸਟਰਨ ਬੈਂਕ ਤੇ ਜੋ ਸਾਈਡ ਤੇ ਤੁਸੀਂ ਦੇਖ ਰਹੇ ਹੋ ਇਸ ਨੂੰ ਗਾਜ਼ਾ ਪੱਟੀ ਕਹਿੰਦੇ ਨੇ। ਇਹ ਸਾਰੇ ਨੂੰ ਮਿਲਾ ਕੇ ਬਣਦਾ ਹੈ ਪੈਲਸਟੀਨ ਤੇ ਪੈਲਸਟੀਨ ਚਾਹੁੰਦਾ ਹੈ ਕਿ ਸਾਨੂੰ ਪਹਿਲਾਂ ਵਾਲਾ 48% ਮਿਲ ਜੇ, ਪਰ ਇਜ਼ਰਾਈਲ ਸੋਚਦਾ ਹੈ ਕਿ ਇਹ ਜੋ ਥੋੜਾ ਬਹੁਤਾ ਰਹਿ ਗਿਆ ਆਪਾਂ ਇਸ ਨੂੰ ਵੀ ਚੱਕ ਦਿੰਨੇ ਆ ਤੇ ਇਹ ਜੋ ਵਿੱਚ ਵਾਲਾ ਹਿੱਸਾ ਇਹ ਲੋਕ ਸ਼ਾਂਤੀ ਨਾਲ ਰਹਿੰਦੇ ਨੇ ਤੇ ਡੈਮੋਕ੍ਰੇਟਿਕ ਤਰੀਕੇ ਨਾਲ ਆਪਣੀਆਂ ਮੰਗਾਂ ਮਨਾਉਂਦੇ ਨੇ। ਪਰ ਜੋ ਇਹ ਗਾਜ਼ਾ ਪੱਟੀ ਵਾਲਾ ਹਿੱਸਾ ਇਹ ਪਿਆਰ ਮੁਹੱਬਤ ਨਾਲ ਨਹੀਂ ਬਲਕਿ ਆਪਣੀਆਂ ਛੋਟੀਆਂ ਘਰਾਂ ਬਣਾਈਆਂ ਮਿਜ਼ਾਈਲਾਂ ਨਾਲ ਹੀ ਮਨਾਉਣ ਦੀ ਕੋਸ਼ਿਸ਼ ਕਰਦੇ ਨੇ ਤੇ ਇਹ ਮਿਜ਼ਾਈਲਾਂ ਦਾ ਕੋਈ ਰੂਟ ਨਹੀਂ ਹੁੰਦਾ, ਕੋਈ ਦਿਮਾਗ ਨਹੀਂ। ਇਹਨਾਂ ਦਾ ਮੇਨ ਮਕਸਦ ਹੁੰਦਾ ਹੈ ਕਿ ਇਹ ਮਿਜ਼ਾਈਲ ਸਾਡੇ ਕੋਲੋਂ ਦੂਜੀ ਸਾਈਡ ਗਿਰੇ, ਕਿਤੇ ਮਰਜ਼ੀ ਗਿਰੇ, ਤਾਂ ਜੋ ਇਜ਼ਰਾਈਲ ਦਾ ਆਰਥਿਕ ਨੁਕਸਾਨ ਹੋ ਸਕੇ ਕਿਉਂਕਿ ਇਹਨਾਂ ਦੀ ਇੱਕ ਮਿਜ਼ਾਈਲ 3 ਲੱਖ ਦੀ ਹੈ, ਜਦ ਕਿ ਇਜ਼ਰਾਈਲ ਨੂੰ ਇਹ 3 ਲੱਖ ਦੀ ਮਿਜ਼ਾਈਲ ਰੋਕਣ ਲਈ 30 ਲੱਖ ਰੁਪਏ ਖਰਚ ਕਰਨੇ ਪੈਣਗੇ। ਸੋ ਗਾਜ਼ਾ ਦੇ ਵਿੱਚ ਇਰਾਨ ਦਾ ਸਮਰਥਨ ਹੈ ਤੇ ਵਿੱਚ ਵਾਲੇ ਏਰੀਏ ਦੇ ਵਿੱਚ ਅਰਬ ਦਾ ਸਮਰਥਨ ਹੈ ਤੇ ਗਾਜ਼ਾ ਦੇ ਵਿੱਚ ਜੋ ਹਮਾਸ ਨਾਂ ਦਾ ਸੰਗਠਨ ਹੈ ਉਹਨਾਂ ਦਾ ਕਹਿਣਾ ਹੈ ਇਜ਼ਰਾਈਲ ਸਾਡੇ ਲੋਕਾਂ ਤੇ ਜੁਰਮ ਕਰਦਾ ਹੈ। ਸੋ ਇਸ ਦਾ ਮਤਲਬ ਇਹ ਨਹੀਂ ਕਿ ਇਹੀ ਸਾਨੂੰ ਮਾਰ ਸਕਦਾ ਹੈ, ਅਸੀਂ ਵੀ ਬਦਲੇ ਵਿੱਚ ਮਾਰਾਂਗੇ। ਤੇ ਜੋ ਤੁਸੀਂ ਰਾਕਟ ਦੇਖੇ ਸੀ ਉਹ ਇਹਨਾਂ ਨੇ ਹੀ ਛੱਡੇ ਸੀ ਤੇ ਇਹ ਰਾਕਟ ਦਾ ਨਾਮ ਹੈ ਕਾਸਿਮ ਰਾਕਟ, ਪਰ ਇਹ 1-2 ਨਹੀਂ ਛੱਡਦੇ, ਇਕੱਠੇ ਹੀ 200 ਛੱਡ ਦਿੰਦੇ ਨੇ ਤੇ ਇੱਕ ਹਫ਼ਤੇ ਵਿੱਚ ਇਹਨਾਂ ਨੇ 1500-1600 ਰਾਕਟ ਮਾਰ ਦਿੱਤੇ ਸੀ। ਕੋਈ ਟਾਰਗੇਟ ਫਿਕਸ ਨਹੀਂ ਹੁੰਦਾ, ਜਿੱਥੇ ਮਰਜ਼ੀ ਗਿਰੇ ਬਸ ਇਹਨਾਂ ਨੇ ਤਾਂ ਛੱਡਣਾ ਹੈ। ਸੋ 200-300 ਦੇ ਵਿੱਚੋਂ ਜੇਕਰ ਇੱਕ ਵੀ ਕੋਈ ਪਬਲਿਕ ਪਲੇਸ ਤੇ ਗਿਰ ਗਿਆ ਤਾਂ ਨੁਕਸਾਨ ਬਹੁਤ ਹੋਵੇਗਾ ਤੇ ਇਹਨਾਂ ਦੇ ਕੋਲ ਇਸ ਦਾ ਇੱਕ ਹੋਰ ਵੱਡਾ ਵਰਜ਼ਨ ਵੀ ਤਿਆਰ ਕਰ ਲਿਆ, ਮਤਲਬ ਪੂਰੇ ਇਜ਼ਰਾਈਲ ਦੇ ਏਰੀਏ ਤੇ ਇਹ ਮਾਰ ਸਕਦੇ ਨੇ। ਤੇ ਇੱਥੇ ਤੁਹਾਨੂੰ ਦੱਸ ਦਈਏ ਕਿ ਕੋਈ ਵੀ ਦੇਸ਼ ਇਜ਼ਰਾਈਲ ਤੇ ਦਬਾਅ ਬਣਾ ਕੇ ਇਸ ਦਾ ਬਾਈਕਾਟ ਕਰਕੇ ਕੁਝ ਵੀ ਨਹੀਂ ਵਿਗਾੜ ਸਕਦਾ ਕਿਉਂਕਿ ਇਜ਼ਰਾਈਲ ਸੈਲਫ ਡਿਪੈਂਡੈਂਟ ਹੈ, ਨਾ ਕਿ ਕਿਸੇ ਹੋਰ ਦੇਸ਼ ਤੇ। ਜਿਵੇਂ ਕਿ ਅਸੀਂ ਸੋਚਦੇ ਰਹਿੰਦੇ ਹਾਂ ਕਿ ਜਦੋਂ ਲੜਾਈ ਲੱਗੀ ਤਾਂ ਫਲਾਣਾ ਦੇਸ਼ ਸਾਡੇ ਨਾਲ ਖੜੇਗਾ, ਪਰ ਪੈਂਦੀਆਂ ਵਿੱਚ ਐਟ ਏ ਟਾਈਮ ਕੋਈ ਵੀ ਨਹੀਂ ਆ ਕੇ ਖੜਦਾ। ਬਾਅਦ ਵਿੱਚ ਤਾਂ ਬਹੁਤ ਸਾਰੇ ਆ ਜਾਂਦੇ ਨੇ ਪਰ ਉਦੋਂ ਤੱਕ ਬਹੁਤ ਸਾਰਾ ਨੁਕਸਾਨ ਹੋ ਚੁੱਕਿਆ ਹੁੰਦਾ ਹੈ। ਸੋ ਇਸ ਕਰਕੇ ਸਾਨੂੰ ਆਪਣੇ ਆਪ ਤੇ ਡਿਪੈਂਡ ਹੋਣਾ ਚਾਹੀਦਾ ਹੈ, ਨਾ ਕਿ ਕਿਸੇ ਦੂਜੇ ਮੁਲਕ ਤੇ। ਤੇ ਜੇਕਰ ਇਜ਼ਰਾਈਲ ਨੇ ਹਥਿਆਰ ਛੱਡ ਦਿੱਤੇ ਤਾਂ ਅਰਬ ਦੇ ਮੁਲਕ ਇਸ ਨੂੰ ਦੱਬ ਲੈਣਗੇ ਕਿਉਂਕਿ ਉਹ ਇਸ ਤੋਂ ਬਹੁਤ ਨਫ਼ਰਤ ਕਰਦੇ ਨੇ, ਪਰ ਯੂਐਨਓ ਦੇ ਮੁਲਕ ਇਸ ਦੇ ਨਾਲ ਨੇ। ਤੇ ਕਮਾਲ ਦੀ ਗੱਲ ਤਾਂ ਇਹ ਹੈ ਕਿ ਪਾਕਿਸਤਾਨ ਨੇ ਤਾਂ ਆਪਣੇ ਪਾਸਪੋਰਟ ਤੇ ਵੀ ਲਿਖਿਆ ਹੈ ਕਿ ਇਜ਼ਰਾਈਲ ਨਹੀਂ ਜਾ ਸਕਦੇ ਕਿਉਂਕਿ ਉਹ ਇਜ਼ਰਾਈਲ ਨੂੰ ਮੁਲਕ ਹੀ ਨਹੀਂ ਮੰਨਦੇ। ਕੁੱਲ ਮਿਲਾ ਕੇ ਇਜ਼ਰਾਈਲ ਤੋਂ ਫਿਲਿਸਤੀਨ ਹਥਿਆਰਾਂ ਨਾਲ ਜਿੱਤ ਨਹੀਂ ਸਕਦਾ। ਇਜ਼ਰਾਈਲ ਹਮੇਸ਼ਾ ਅਕਸਾਉਂਦਾ ਰਿਹਾ ਹੈ ਤੇ ਅੱਗੇ ਵੀ ਅਕਸਾਉਂਦਾ ਰਹੇਗਾ ਤੇ ਇਹ ਗੁੱਸੇ ਵਿੱਚ ਆ ਕੇ ਵਾਰ ਕਰਦੇ ਨੇ ਤੇ ਉਹ ਫਿਰ ਇਹਨਾਂ ਤੇ ਹੀ ਭਾਰੀ ਪੈ ਜਾਂਦਾ ਹੈ ਕਿਉਂਕਿ ਇਜ਼ਰਾਈਲ ਇਹੀ ਤਾਂ ਚਾਹੁੰਦਾ ਹੈ ਕਿ ਇਹ ਬਾਹਰ ਕਰਨ ਤੇ ਅਸੀਂ ਇਹਨਾਂ ਤੇ ਹੋਰ ਭਾਰੀ ਪਈਏ। ਕਹਿਣ ਦਾ ਮਤਲਬ ਕਿ ਗਰਮ
ਖਿਆਲ ਦੇ ਨਾਲ ਲਏ ਫੈਸਲੇ ਦਾ ਅਸਰ ਤੁਸੀਂ ਦੇਖ ਸਕਦੇ ਹੋ। ਤੇ ਇਜ਼ਰਾਈਲ ਕੋਲ ਪੂਰੀ ਦੁਨੀਆ ਨੂੰ ਦਿਖਾਉਣ ਲਈ ਬਹੁਤ ਸਾਰੇ ਜਵਾਬ ਨੇ ਤੇ ਉਹਨਾਂ ਨੇ ਪੂਰੀ ਦੁਨੀਆ ਨੂੰ ਦੱਸਿਆ ਕਿ ਸਾਡੇ ਤੇ 13-1400 ਰਾਕਟ ਦਾਗੇ ਗਏ, ਜਿਸ ਕਾਰਨ ਅਸੀਂ ਜਵਾਬੀ ਕਾਰਵਾਈ ਕੀਤੀ। ਪਰ ਕਿਸੇ ਨੂੰ ਵੀ ਇਹ ਨਹੀਂ ਪਤਾ ਕਿ ਇਹਨਾਂ ਦੇ ਇੱਕ ਰਾਕਟ ਨੇ ਉਹਨਾਂ ਦੇ 13-1400 ਨਾਲੋਂ ਜ਼ਿਆਦਾ ਨੁਕਸਾਨ ਕੀਤਾ ਹੈ। ਤੇ ਇਹ ਮਸਲੇ ਵਿੱਚ ਜੋ ਬਾਈਡਨ ਨੇ ਵੀ ਕਹਿ ਦਿੱਤਾ ਸੀ ਕਿ ਇਜ਼ਰਾਈਲ ਨੂੰ ਪੂਰਾ ਅਧਿਕਾਰ ਹੈ ਆਪਣੀ ਰੱਖਿਆ ਕਰਨ ਦਾ। ਕੁੱਲ ਮਿਲਾ ਕੇ ਫਿਲਿਸਤੀਨ ਨੂੰ ਨਰਮ ਦਲ ਨਾਲ ਹੀ ਰਹਿਣਾ ਪਵੇਗਾ। ਸੋ ਇਹ ਸੀਜ਼ ਫਾਇਰ ਇਹਨਾਂ ਲਈ ਬਹੁਤ ਹੀ ਵਧੀਆ ਸਾਬਤ ਹੋ ਸਕਦਾ ਹੈ, ਪਰ ਇਸ ਦਾ ਇਹ ਵੀ ਮਤਲਬ ਨਹੀਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਦੁਬਾਰਾ ਯੁੱਧ ਨਾ ਹੋਵੇ। ਸੋ ਕਿਸੇ ਵਕਤ ਯਹੂਦੀਆਂ ਤੇ ਬਹੁਤ ਸਾਰੇ ਜ਼ੁਲਮ ਹੋਏ ਨੇ, ਜਿਵੇਂ ਕਿ ਹਿਟਲਰ ਦੇ ਟਾਈਮ, ਪਰ ਯਹੂਦੀਆਂ ਨੇ ਆਪਣੇ ਆਪ ਨੂੰ ਕਾਬਲ ਬਣਾਇਆ, ਵਧੀਆ ਤੋਂ ਵਧੀਆ ਹਾਈ ਟੈਕ ਟੈਕਨੋਲੋਜੀ ਤਿਆਰ ਕੀਤੀ, ਜਿਸ ਕਾਰਨ ਅੱਜ ਭਾਰਤ ਵਰਗੇ ਦੇਸ਼ ਨੂੰ ਇਜ਼ਰਾਈਲ ਨਾਲ ਲੜਨ ਤੋਂ ਪਹਿਲਾਂ 100 ਵਾਰ ਸੋਚਣਾ ਪਵੇਗਾ, ਕਿਉਂਕਿ ਇਹ ਆਪਣੇ ਸਾਰੇ ਛੋਟੇ ਤੋਂ ਛੋਟੇ ਵੱਡੇ ਤੋਂ ਵੱਡੇ ਹਥਿਆਰ ਇਜ਼ਰਾਈਲ ਤੋਂ ਮੰਗਵਾਉਂਦਾ ਹੈ ਤੇ ਉਹ ਇੱਕ ਇੰਨਾ ਛੋਟਾ ਦੇਸ਼ ਹੋ ਕੇ ਵੀ ਸਭ ਕੁਝ ਤਿਆਰ ਕਰ ਰਿਹਾ ਹੈ। ਤੇ ਰਹੀ ਗੱਲ ਭਾਰਤ ਦੀ, ਭਾਰਤ ਹਮੇਸ਼ਾ ਡਾਇਰੈਕਟਲੀ ਫਿਲਿਸਤੀਨ ਦਾ ਹੀ ਸਾਥ ਦਿੰਦਾ ਹੈ, ਕਿਉਂਕਿ ਇਹ ਚਾਹ ਕੇ ਵੀ ਇਜ਼ਰਾਈਲ ਦਾ ਸਾਥ ਨਹੀਂ ਦੇ ਸਕਦਾ ਤੇ ਫਿਲਿਸਤੀਨ ਦਾ ਸਾਥ ਦੇਣ ਨਾਲ ਭਾਰਤ ਨੂੰ ਕੋਈ ਖਾਸ ਫਾਇਦਾ ਤਾਂ ਨਹੀਂ ਹੁੰਦਾ, ਪਰ ਇਨਡਾਇਰੈਕਟਲੀ ਜਾਂ ਡਾਇਰੈਕਟਲੀ ਉਹਨਾਂ ਦਾ ਸਾਥ ਦੇਣ ਕਾਰਨ ਅਰਬ ਦੇਸ਼ ਭਾਰਤ ਦੇ ਨਾਲ ਖੜੇ ਰਹਿਣਗੇ ਜੋ ਫਿਲਿਸਤੀਨ ਦਾ ਸਮਰਥਨ ਕਰਦੇ ਨੇ। ਤੇ ਇਸ ਦਾ ਕਾਰਨ ਇਹ ਹੈ ਕਿ ਅਰਬ ਦੇਸ਼ਾਂ ਦੇ ਵਿੱਚ ਇੰਡੀਆ ਦੇ ਸਭ ਤੋਂ ਜ਼ਿਆਦਾ ਲੋਕ ਨੇ ਤੇ ਅਰਬ ਕੰਟਰੀਆਂ ਤੋਂ ਹੀ ਸਾਨੂੰ ਪੈਟਰੋਲ ਡੀਜ਼ਲ ਘੱਟ ਰੇਟ ਤੇ ਮਿਲਦਾ ਹੈ, ਤੇ ਜੇ ਇਹਨਾਂ ਤੋਂ ਇਲਾਵਾ ਹੋਰ ਕਿਤੇ ਤੋਂ ਮੰਗਾਈਏ ਤਾਂ ਬਹੁਤ ਮਹਿੰਗਾ ਪਵੇਗਾ ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਇਹਨਾਂ ਦੇਸ਼ਾਂ ਤੋਂ ਹੀ ਆਉਂਦੀਆਂ ਨੇ। ਸੋ ਇਸ ਕਰਕੇ ਸਾਡੇ ਦੇਸ਼ ਨੂੰ ਨਿਊਟਰਲ ਹੋ ਕੇ ਰਹਿਣਾ ਪੈਂਦਾ ਹੈ ਤੇ ਜੇਕਰ ਭਾਰਤ ਇਜ਼ਰਾਈਲ ਦਾ ਸਮਰਥਨ ਕਰਦਾ ਹੈ ਤਾਂ ਉਲਟਾ ਫਸ ਸਕਦਾ ਹੈ। ਮਤਲਬ ਕਹਿਣ ਦਾ ਕਿ ਜੇ ਇਹ ਕਹਿ ਰਿਹਾ ਹੈ ਕਿ ਇਜ਼ਰਾਈਲ ਆਪਣੀ ਜਗ੍ਹਾ ਸਹੀ ਹੈ, ਜੋ ਉਸਨੇ ਕਬਜ਼ਾ ਕੀਤਾ ਉਹ ਜਗ੍ਹਾ ਉਸ ਦੀ ਹੋਵੇਗੀ, ਤਾਂ ਫਿਰ ਪਾਕਿਸਤਾਨ ਇਸ ਚੀਜ਼ ਦਾ ਫਾਇਦਾ ਲੈ ਸਕਦਾ ਹੈ। ਤਾਂ ਉਹ ਕਹੇਗਾ ਕਿ ਜੋ ਅਸੀਂ ਪੀਓਕੇ ਤੇ ਕਬਜ਼ਾ ਕੀਤਾ ਉਹ ਸਾਡਾ ਹੋ ਗਿਆ, ਚੀਨ ਕਹੇਗਾ ਜੋ ਅਸੀਂ ਅਕਸਾਈ ਚੀਨ ਤੇ ਕਬਜ਼ਾ ਕੀਤਾ ਹੁਣ ਉਹ ਸਾਡਾ ਹੋ ਗਿਆ, ਕਿਉਂਕਿ ਤੁਸੀਂ ਆਪ ਹੀ ਕਿਹਾ ਕਿ ਜਿਸ ਨੇ ਕਬਜ਼ਾ ਕੀਤਾ ਉਹ ਜਗ੍ਹਾ ਹੁਣ ਉਸ ਦੀ ਹੋਗੀ, ਤਾਂ ਇਸ ਹਿਸਾਬ ਨਾਲ ਇਹ ਸਾਡੀ ਹੋਗੀ। ਤੇ ਹੁਣ ਗੱਲ ਕਰਦੇ ਹਾਂ ਇਜ਼ਰਾਈਲ ਦਾ ਸਭ ਤੋਂ ਐਡਵਾਂਸ 에ਅਰ ਡਿਫੈਂਸ ਸਿਸਟਮ ਆਇਰਨ ਡੋਮ ਕਿਵੇਂ ਕੰਮ ਕਰਦਾ ਹੈ। ਤੇ ਆਇਰਨ ਡੋਮ ਨੂੰ ਇਜ਼ਰਾਈਲ ਦੇ ਵਿੱਚ ਹੀ ਤਿਆਰ ਕੀਤਾ ਜਾਂਦਾ ਹੈ। ਇਜ਼ਰਾਈਲ ਦੀ ਹੀ ਰਾਫੇਲ ਨਾਮ ਦੀ ਇੱਕ ਕੰਪਨੀ ਬਣਾਉਂਦੀ ਹੈ ਤੇ ਇਹ ਰਫੇਲ ਜਹਾਜ਼ ਵਾਲੀ ਕੰਪਨੀ ਨਹੀਂ, ਉਹ ਰਫੇਲ ਜਹਾਜ਼ ਫਰਾਂਸ ਵਿੱਚ ਬਣਦੇ ਨੇ। ਤੇ ਇਸ ਦਾ ਨਾਮ ਆਇਰਨ ਡੋਮ ਇਸ ਕਰਕੇ ਹੈ ਕਿਉਂਕਿ ਇਹ ਪੂਰੇ ਦੇਸ਼ ਨੂੰ ਆਇਰਨ ਕਵਚ ਦੇ ਨਾਲ ਬਚਾਉਂਦੀ ਹੈ। ਕੁੱਲ ਮਿਲਾ ਕੇ ਇਹ ਇੱਕ ਅਜਿਹਾ ਸਿਸਟਮ ਹੈ ਜਿਸ ਵਿੱਚ ਕੁਝ ਉਚਾਈ ਤੱਕ ਇਲੈਕਟ੍ਰੋਨਿਕ ਤਰੰਗਾਂ ਦਾ ਇੱਕ ਕਵਚ ਬਣਿਆ ਹੈ। ਜੇਕਰ ਉਸ ਦੇ ਅੰਦਰ ਕੋਈ ਚੀਜ਼ ਆਉਂਦੀ ਹੈ ਤਾਂ ਇਹ ਡਿਟੈਕਟ ਕਰਕੇ ਉਸ ਨੂੰ ਉੱਤੇ ਹੀ ਖਤਮ ਕਰ ਦਿੰਦਾ ਹੈ। ਤੇ ਇਹ ਕਿਵੇਂ ਕਰਦਾ ਹੈ ਇਸ ਬਾਰੇ ਆਪਾਂ ਗੱਲ ਕਰਦੇ ਹਾਂ ਤੇ ਤੁਹਾਨੂੰ ਦੱਸ ਦਈਏ ਕਿ ਆਇਰਨ ਡੋਮ ਸਭ ਤੋਂ ਛੋਟਾ ਸਿਸਟਮ ਹੈ ਤੇ ਇਸ ਤੋਂ ਬਾਅਦ ਫਿਰ ਵੱਡੇ ਲੈਵਲ ਦੇ ਵੀ ਕਵਚ ਨੇ ਜੋ ਵੱਡੀਆਂ ਮਿਜ਼ਾਈਲਾਂ ਰੋਕਣ ਲਈ ਬਣਾਏ ਗਏ ਨੇ ਤੇ ਵੱਡੀ ਰੇਂਜ ਤੱਕ ਬਣਾਏ ਗਏ ਨੇ। ਤੇ ਆਇਰਨ ਡੋਮ ਮੇਨ ਇਹਨਾਂ ਦੇ ਕਾਸਮ ਰਾਕਟ ਨੂੰ ਰੋਕਣ ਲਈ ਬਣਾਇਆ ਗਿਆ ਜੋ ਇਸ ਵਾਰ ਗਾਜ਼ਾ ਪੱਟੀ ਤੋਂ 12-1300 ਇਕੱਠੇ ਦਾਗੇ ਗਏ ਸੀ। ਤੇ ਆਇਰਨ ਡੋਮ ਦਾ ਇੱਕ ਰਡਾਰ ਹੁੰਦਾ ਹੈ ਤੇ ਦੂਜਾ ਕੰਟਰੋਲ ਸਿਸਟਮ ਹੁੰਦਾ ਹੈ ਜੋ ਦੂਜੀ ਮਿਜ਼ਾਈਲ ਦੀ ਦੂਰੀ ਤੇ ਸਪੀਡ ਦੱਸਦਾ ਹੈ ਤੇ ਇਹ ਦੱਸਦਾ ਹੈ ਕਿ ਇਹ ਕਿੱਥੇ ਜਾ ਕੇ ਗਿਰੇਗੀ। ਤੇ ਅਗਲਾ ਹੁੰਦਾ ਹੈ ਲਾਂਚਰ ਜਿਸ ਦੇ ਵਿੱਚ ਮਿਜ਼ਾਈਲਾਂ ਹੁੰਦੀਆਂ ਨੇ ਤੇ ਇਹ ਲਾਂਚਰ ਹੀ ਮਿਜ਼ਾਈਲ ਨੂੰ ਰਿਲੀਜ਼ ਕਰਦਾ ਹੈ। ਤੇ ਆਇਰਨ ਡੋਮ ਸਿਸਟਮ ਨੂੰ ਗੱਡੀਆਂ ਤੇ ਟਰੱਕਾਂ ਤੇ ਲੱਗ ਕੇ ਕਿਤੇ ਵੀ ਲਿਜਾਇਆ ਜਾ ਸਕਦਾ ਹੈ ਤੇ ਜਦੋਂ ਵੀ ਕੋਈ ਰਾਕਟ ਆਉਂਦਾ ਹੈ ਤਾਂ ਇਹ ਰਡਾਰ ਦੁਸ਼ਮਣ ਦੇ ਰਾਕਟ ਨੂੰ ਡਿਟੈਕਟ ਕਰ ਲੈਂਦੀ ਹੈ ਤੇ ਉਸ ਤੋਂ ਬਾਅਦ ਪੂਰੀ ਕੈਲਕੂਲੇਸ਼ਨ ਹੋਣ ਤੋਂ ਬਾਅਦ ਰਾਕਟ ਲਾਂਚ ਹੁੰਦਾ ਹੈ ਜੋ ਦੁਸ਼ਮਣ ਦੀ ਮਿਜ਼ਾਈਲ ਨੂੰ ਉੱਤੇ ਹੀ ਨਸ਼ਟ ਕਰ ਦਿੰਦਾ ਹੈ। ਤੇ ਇਹ ਸਿਸਟਮ ਜਦੋਂ ਕੈਲਕੂਲੇਸ਼ਨ ਕਰਦਾ ਹੈ ਤਾਂ ਇਹ ਪੂਰੀ ਤਰ੍ਹਾਂ ਦੇਖਦਾ ਹੈ ਕਿ ਰਾਕਟ ਸ਼ਹਿਰ ਵਿੱਚ ਗਿਰੇਗਾ ਜਾਂ ਖਾਲੀ ਜਗ੍ਹਾ ਤੇ ਜੋ ਇਹ ਕੰਟਰੋਲ ਸਿਸਟਮ ਹੈ ਇਹ ਆਟੋਮੇਟਡ ਵੀ ਹੁੰਦਾ ਹੈ ਤੇ ਇੱਥੇ ਇੱਕ ਪੂਰੀ ਟੀਮ ਵੀ ਬੈਠੀ ਹੁੰਦੀ ਹੈ ਜੋ ਮੈਨੂਅਲ ਵੀ ਦੇਖਦੀ ਹੈ। ਮਤਲਬ ਕੁੱਲ ਮਿਲਾ ਕੇ ਜੇਕਰ ਰਾਕਟ ਜਨਤਾ ਤੇ ਜਾਂ ਕਿਸੇ ਫੈਕਟਰੀ ਜਾਂ ਕਿਸੇ ਵੀ ਥਾਂ ਤੇ ਗਿਰੇਗਾ ਤਾਂ ਇਸ ਨੂੰ ਉੱਤੇ ਹੀ ਨਸ਼ਟ ਕਰ ਦਿੱਤਾ ਜਾਂਦਾ ਹੈ, ਪਰ ਜੇਕਰ ਇਹ ਖੁੱਲੀ ਜਗ੍ਹਾ ਤੇ ਗਿਰ ਰਿਹਾ ਹੈ ਤਾਂ ਇਸ ਨੂੰ ਨਸ਼ਟ ਨਹੀਂ ਕੀਤਾ ਜਾਂਦਾ ਕਿਉਂਕਿ ਨਸ਼ਟ ਕਰਨ ਲਈ ਉਹਨਾਂ ਨੂੰ 2 ਰਾਕਟ ਲਾਂਚ ਕਰਨੇ ਪੈਂਦੇ ਨੇ ਤੇ ਇੱਕ ਆਇਰਨ ਡੋਮ ਦੀ ਕੀਮਤ 30 ਲੱਖ ਰੁਪਏ ਹੈ ਤੇ 2 ਇਸ ਕਰਕੇ ਕਰਨੇ ਪੈਂਦੇ ਨੇ ਕਿ ਜੇਕਰ ਇੱਕ ਤੋਂ ਮਿਸ ਹੋ ਗਿਆ ਤਾਂ ਸੈਕੰਡ ਚਾਂਸ ਦੁਆਰਾ ਨਹੀਂ ਲਿਆ ਜਾ ਸਕਦਾ, ਉਹ ਨਾਲ ਦੀ ਨਾਲ ਹੀ ਲਾਂਚ ਕਰਨੇ ਪੈਂਦੇ ਨੇ। ਬੇਸ਼ੱਕ ਰਾਕਟ ਬਾਹਰ ਵੀ ਗਿਰ ਰਿਹਾ ਹੋਵੇ ਪਰ ਸਾਇਰਨ ਜ਼ਰੂਰ ਵੱਜਦੇ ਨੇ ਤੇ ਸਾਇਰਨ ਦਾ ਇਹੀ ਮਤਲਬ ਹੁੰਦਾ ਹੈ ਕਿ ਬਾਹਰ ਖੁੱਲੀ ਜਗ੍ਹਾ ਤੇ ਆਮ ਇਨਸਾਨ ਨੂੰ ਖਤਰਾ ਹੋ ਸਕਦਾ ਹੈ। ਤੇ ਜੋ ਤਸਵੀਰ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਇਹ ਇੱਕ ਪੈਕ ਵਿੱਚ 20 ਮਿਜ਼ਾਈਲਾਂ ਇਕੱਠੀਆਂ ਹੁੰਦੀਆਂ ਨੇ ਤੇ ਇਹ ਮਿਜ਼ਾਈਲਾਂ ਨੂੰ ਤਾਮਿਰ ਮਿਜ਼ਾਈਲ ਕਿਹਾ ਜਾਂਦਾ ਹੈ। ਤੇ ਇਹ ਤਾਮਿਰ ਮਿਜ਼ਾਈਲ ਜਦੋਂ ਇੱਕ ਵਾਰੀ ਨਿਕਲ ਜਾਂਦੀ ਹੈ ਤਾਂ ਇਸ ਨੂੰ ਪੂਰੀ ਗਾਈਡੈਂਸ ਨੀਚੇ ਲਾਂਚਰ ਦੇ ਰਿਹਾ ਹੁੰਦਾ ਹੈ। ਮੰਨ ਲਓ ਜੇਕਰ ਇਸ ਨੇ ਸਾਹਮਣੇ ਵਾਲੀ ਮਿਜ਼ਾਈਲ ਨੂੰ ਮਿਸ ਵੀ ਕਰ ਦਿੱਤਾ ਤਾਂ ਨੀਚੇ ਤੋਂ ਉਹ ਇਸ ਨੂੰ ਗਾਈਡੈਂਸ ਦੇ ਰਿਹਾ ਹੁੰਦਾ ਹੈ ਕਿ ਵਾਪਸ ਮੁੜ ਕੇ ਮਾਰ, ਮਤਲਬ ਫਿਰ ਇਹ ਵਾਪਸ ਮੁੜ ਕੇ ਵੀ ਮਾਰ ਦਿੰਦੀ ਹੈ। ਤੇ ਕਮਾਲ ਦੀ ਗੱਲ ਇਹ ਹੈ ਕਿ ਜੋ ਤੁਸੀਂ ਤਾਮਿਰ ਮਿਜ਼ਾਈਲ ਦੇਖ ਰਹੇ ਹੋ ਇਹ ਕਦੇ ਵੀ ਜਾ ਕੇ ਸਿੱਧੀ 90 ਡਿਗਰੀ ਤੇ ਵਾਰ ਨਹੀਂ ਕਰਦੀ ਕਿਉਂਕਿ ਸਿੱਧੇ ਵੱਜਣ ਦੇ ਚਾਂਸ ਬਹੁਤ ਘੱਟ ਹੋ ਜਾਂਦੇ ਨੇ। ਅਸਲ ਵਿੱਚ ਇਹ ਮਿਜ਼ਾਈਲ ਵਿੱਚੋਂ ਇਲੈਕਟ੍ਰਿਕ ਤਰੰਗਾਂ ਨਿਕਲਦੀਆਂ ਨੇ
ਮਤਲਬ ਇਸ ਦੇ ਮੂਹਰੇ ਵਾਲੇ ਸਿਰੇ ਤੋਂ ਇਲੈਕਟ੍ਰਿਕ ਤਰੰਗਾਂ ਨਿਕਲਦੀਆਂ ਨੇ ਤੇ ਜੇਕਰ ਕੋਈ ਵੀ ਚੀਜ਼ ਇਸ ਦੇ ਕੋਲ ਤੋਂ ਗੁਜ਼ਰਦੀ ਹੈ ਤਾਂ ਇਹ ਇਲੈਕਟ੍ਰਿਕ ਤਰੰਗਾਂ ਇੱਕਦਮ ਹੀ ਇਸ ਨੂੰ ਸਿਗਨਲ ਦੇ ਦਿੰਦੀਆਂ ਨੇ ਤੇ ਇਸ ਦੇ ਪਿੱਛੇ ਵਾਲੇ ਹਿੱਸੇ ਦੇ ਵਿੱਚ ਬਹੁਤ ਸਾਰਾ ਬਾਰੂਦ ਹੁੰਦਾ ਹੈ ਤੇ ਜਦੋਂ ਵੀ ਕੋਈ ਚੀਜ਼ ਨਾਲ ਤੋਂ ਗੁਜ਼ਰਦੀ ਹੈ ਤਾਂ ਇਹ ਇੱਕਦਮ ਹੀ ਆਪਣੇ ਆਪ ਨੂੰ ਫਾੜ ਦਿੰਦੀ ਹੈ, ਮਤਲਬ ਫੁੱਟ ਜਾਂਦੀ ਹੈ। ਪਰ ਇਹ ਪੈਰਲਰ ਆ ਕੇ ਦੂਜੀ ਚੀਜ਼ ਨੂੰ ਖਤਮ ਕਰਦੀ ਹੈ। ਇਸ ਵਿੱਚ ਬਹੁਤ ਹੀ ਘੱਟ ਚਾਂਸ ਨੇ ਟਾਰਗੇਟ ਮਿਸ ਹੋਣ ਦੇ। ਪਰ ਜੇਕਰ ਕਿਸੇ ਕੇਸ ਵਿੱਚ ਸਾਹਮਣੇ ਤੋਂ ਮਿਜ਼ਾਈਲ ਗੁਜ਼ਰ ਜਾਵੇ ਤਾਂ ਉੱਥੇ ਉਸ ਦੇ ਬਚਣ ਦੇ ਚਾਂਸ ਵੱਧ ਜਾਂਦੇ ਨੇ ਕਿਉਂਕਿ ਉਹ ਇਲੈਕਟ੍ਰਿਕ ਵੇਵ ਦੇ ਰਡਾਰ ਵਿੱਚ ਨਹੀਂ ਆਉਂਦੀ। ਤੇ ਪ੍ਰੋਬਲਮ ਇੱਥੇ ਇਹ ਹੈ ਕਿ ਹਮਾਸ ਦੀ ਇੱਕ ਮਿਜ਼ਾਈਲ 3 ਲੱਖ ਰੁਪਏ ਦੀ ਆਉਂਦੀ ਹੈ ਤੇ ਹੁਣ ਹਮਾਸ ਕੋਲ 3 ਲੱਖ ਦੀ ਜੇ ਇੱਕ ਹੈ ਤਾਂ ਉਹ ਇਕੱਠੀਆਂ 200 ਸਿੱਟ ਦਿੰਦੇ ਨੇ। ਪਰ ਇਹਨਾਂ ਕੋਲ ਇੱਕ ਬੈਟਰੀ ਦੇ ਵਿੱਚ 20 ਹੀ ਹੁੰਦੀਆਂ ਨੇ। ਪਰ ਇਹਨਾਂ ਦੇ ਸਾਰੇ ਆਇਰਨ ਡੋਮ ਇੱਕ ਦੂਜੇ ਨਾਲ ਮਿਲੇ ਹੋਏ ਨੇ। ਕਹਿਣ ਦਾ ਮਤਲਬ ਜੇ ਇੱਕ ਪਾਸੇ ਜ਼ਿਆਦਾ ਆ ਰਹੀਆਂ ਨੇ ਤਾਂ ਉਹ ਦੂਜੇ ਨੂੰ ਸਿਗਨਲ ਭੇਜ ਦਿੰਦਾ ਹੈ। ਮਤਲਬ ਐਦਾਂ ਇਹ ਰਲ ਮਿਲ ਕੇ ਸਾਰੇ ਆਇਰਨ ਡੋਮ ਇੱਕ ਦੂਜੇ ਨਾਲ ਮਿਲ ਜੁਲ ਕੇ ਕੰਮ ਕਰਦੇ ਨੇ। ਪਰ ਜੇ ਹੁਣ ਦੁਸ਼ਮਣ ਦੀਆਂ ਮਿਜ਼ਾਈਲਾਂ ਹੀ 1000 ਆ ਜਾਣ ਤਾਂ ਇਹਨਾਂ ਦਾ ਤਾਂ ਬਹੁਤ ਖਰਚਾ ਹੋ ਜਾਵੇਗਾ। ਪਰ ਫਿਰ ਵੀ ਇੰਨੀਆਂ ਜ਼ਿਆਦਾ ਮਿਜ਼ਾਈਲਾਂ ਦੇ ਵਿੱਚ ਕੁਝ ਗਿਰ ਜਾਂਦੀਆਂ ਨੇ। ਸੋ ਬੇਸ਼ੱਕ ਇਜ਼ਰਾਈਲ ਦਾ ਖਰਚਾ ਹੁੰਦਾ ਹੋਵੇ ਪਰ ਇਜ਼ਰਾਈਲ ਆਪਣੇ ਲੋਕਾਂ ਦੀ ਜਾਨ ਦੀ ਕੀਮਤ ਨੂੰ ਸਮਝਦਾ ਹੈ। ਪਰ ਫਿਰ ਵੀ ਹਰੇਕ ਚੀਜ਼ ਦੀ ਇੱਕ ਕੁਆਂਟੀਟੀ ਹੁੰਦੀ ਹੈ। ਜੇਕਰ ਇਹਨਾਂ ਕੋਲ 400 ਆਇਰਨ ਡੋਮ ਨੇ ਤਾਂ ਜਦੋਂ 1000 ਮਿਜ਼ਾਈਲਾਂ ਇਕੱਠੀਆਂ ਆ ਜਾਂਦੀਆਂ ਨੇ ਤਾਂ ਉਹਨਾਂ ਵਿੱਚੋਂ ਫਿਰ ਕੁਝ ਗਿਰ ਹੀ ਜਾਂਦੀਆਂ ਨੇ, ਜਿਸ ਕਰਕੇ ਇਸ ਵਾਰ ਇਜ਼ਰਾਈਲ ਨੂੰ ਵੀ ਥੋੜਾ ਬਹੁਤ ਨੁਕਸਾਨ ਹੋਇਆ ਹੈ। ਸੋ ਇਹ ਸਿਸਟਮ ਜ਼ਿਆਦਾ ਮਹਿੰਗਾ ਹੋਣ ਕਾਰਨ ਇਜ਼ਰਾਈਲ ਹੁਣ ਇੱਕ ਨਵੀਂ ਟੈਕਨੋਲੋਜੀ ਤੇ ਕੰਮ ਕਰ ਰਿਹਾ ਹੈ। ਇਹ ਟੈਕਨੋਲੋਜੀ ਲੇਜ਼ਰ ਬੀਮ ਤੇ ਕੰਮ ਕਰੇਗੀ। ਮਤਲਬ ਕੋਈ ਵੀ ਬਾਰੂਦ, ਗੋਲਾ, ਮਿਜ਼ਾਈਲ ਨੂੰ ਉੱਤੇ ਨਹੀਂ ਭੇਜਣਾ। ਮਤਲਬ ਸਿਰਫ ਲੇਜ਼ਰ ਬੀਮ ਮਾਰ ਕੇ ਹੀ ਦੁਸ਼ਮਣ ਦੇ ਜਹਾਜ਼, ਡਰੋਨ ਜਾਂ ਮਿਜ਼ਾਈਲ ਨੂੰ ਘੇਰ ਦੇਣਾ। ਤੇ ਇਹ ਲੇਜ਼ਰ ਬੀਮ ਇਲੈਕਟ੍ਰੋਨਿਕ ਊਰਜਾ ਨਾਲ ਹੀ ਤਿਆਰ ਹੋਵੇਗੀ ਤੇ ਆਇਰਨ ਡੋਮ ਉੱਤੇ ਨੂੰ 10 ਕਿਲੋਮੀਟਰ ਦੀ ਉਚਾਈ ਤੱਕ ਮਾਰ ਸਕਦਾ ਹੈ। ਤੇ ਜੇਕਰ 10 ਕਿਲੋਮੀਟਰ ਤੋਂ ਜ਼ਿਆਦਾ ਦੂਰੀ ਤੇ ਮਾਰਨਾ ਹੋਵੇ ਤਾਂ ਸਪਾਈਡਰ ਸ਼ਾਰਟ ਰੇਂਜ ਕੰਮ ਕਰਦਾ ਹੈ। ਇਹ 20 ਕਿਲੋਮੀਟਰ ਤੱਕ ਦੀ ਮਾਰ ਕਰਦਾ ਹੈ। ਤੇ ਇਸ ਤੋਂ ਉੱਤੇ ਆ ਜਾਂਦਾ ਫਿਰ ਸਪਾਈਡਰ ਮੀਡੀਅਮ ਰੇਂਜ ਜੋ ਕਿ 50 ਕਿਲੋਮੀਟਰ ਤੱਕ ਮਾਰ ਕਰਦਾ ਹੈ। ਤੇ ਇਹਨਾਂ ਸਭ ਤੋਂ ਉੱਤੇ ਹੈਗਾ ਹੈ ਫਿਰ ਡੇਵਿਡ ਸਲੀਕ ਜੋ ਕਿ 160-70 ਕਿਲੋਮੀਟਰ ਤੱਕ ਮਾਰ ਕਰਦਾ ਹੈ ਉੱਤੇ ਨੂੰ। ਪਰ ਜੇ ਕੋਈ ਬਹੁਤਾ ਹੀ ਵੱਡਾ ਹਮਲਾ ਹੋ ਜਾਵੇ ਤਾਂ ਇਹਨਾਂ ਚੀਜ਼ਾਂ ਨਾਲ ਨਹੀਂ ਰੋਕਿਆ ਜਾ ਸਕਦਾ ਕਿਉਂਕਿ ਕੁਝ ਨਾ ਕੁਝ ਮਿਸ ਹੋਵੇਗਾ। ਇੰਨੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋ ਜਾਵੇਗਾ। ਤੇ ਇਜ਼ਰਾਈਲ ਭਾਰਤ ਨੂੰ ਆਇਰਨ ਡੋਮ ਵੇਚਣ ਲਈ ਆਇਆ ਸੀ ਪਰ ਭਾਰਤ ਨੇ ਮਨਾ ਕਰ ਦਿੱਤਾ ਸੀ। ਚੀਨ ਵਾਲਿਆਂ ਕੋਲ ਬਹੁਤ ਵੱਡੀਆਂ ਮਿਜ਼ਾਈਲਾਂ ਨੇ ਜਿਨ੍ਹਾਂ ਨੂੰ ਇਹ ਨਹੀਂ ਰੋਕ ਸਕਦਾ। ਪਰ ਜੋ ਇਜ਼ਰਾਈਲ ਵਾਲੇ ਰੋਕਦੇ ਨੇ ਉਹ ਮਿਜ਼ਾਈਲਾਂ ਉਹਨਾਂ ਨੇ ਆਪ ਤਿਆਰ ਕੀਤੀਆਂ ਹੋਈਆਂ ਨੇ ਦੇਸੀ ਤਰੀਕੇ ਨਾਲ। ਸੋ ਇਜ਼ਰਾਈਲ ਕੋਲ ਵੱਡੀਆਂ ਮਿਜ਼ਾਈਲਾਂ ਨੂੰ ਰੋਕਣ ਲਈ ਇਹ ਐਰੋ ਨਾਮ ਦੀ ਮਿਜ਼ਾਈਲ ਰੱਖੀ ਹੋਈ ਹੈ। ਸੋ ਇਹ ਵੀ 150-200 ਕਿਲੋਮੀਟਰ ਤੱਕ ਮਾਰ ਕਰਦਾ ਹੈ ਪਰ ਇਹ ਵੱਡੀਆਂ ਮਿਜ਼ਾਈਲਾਂ ਨੂੰ ਘੇਰਨ ਲਈ ਹੈ ਤੇ ਇਸ ਦਾ ਵੱਡਾ ਰਡਾਰ ਲਗਾਇਆ ਗਿਆ ਹੈ। ਚੀਜ਼ ਉਹੀ ਹੈ ਪਰ ਵੱਡੇ ਲੈਵਲ ਦੀ ਹੈ ਤੇ ਇਸ ਦਾ ਖਰਚਾ ਵੀ ਉਸ ਤੋਂ ਕਈ ਗੁਣਾ ਜ਼ਿਆਦਾ ਹੋਵੇਗਾ ਤੇ ਹਾਲੇ ਇਸ ਦਾ ਕੋਈ ਬਹੁਤ ਜ਼ਿਆਦਾ ਇਹਨਾਂ ਨੇ ਯੂਜ਼ ਵੀ ਨਹੀਂ ਕੀਤਾ। ਤੇ ਤੁਸੀਂ ਦੇਖ ਸਕਦੇ ਹੋ ਕਿ ਇਜ਼ਰਾਈਲ ਕੋਲ ਕਿੰਨੀਆਂ ਲੇਅਰਾਂ ਦੀ ਸਿਕਿਉਰਿਟੀ ਹੈ ਆਇਰਨ ਡੋਮ ਤੋਂ ਲੈ ਕੇ ਐਰੋ 2 ਐਰੋ 3 ਤੱਕ ਦੀ, ਮਤਲਬ ਕਿ 160-70 ਕਿਲੋਮੀਟਰ ਦੀ। ਤੇ ਇਜ਼ਰਾਈਲ ਦੇ ਜੋ ਸਮੁੰਦਰੀ ਜਹਾਜ਼ ਨੇ ਉਹਨਾਂ ਤੇ ਵੀ ਇਹ ਲੇਅਰ ਸਿਕਿਉਰਿਟੀ ਦਿੱਤੀ ਗਈ ਹੈ ਜਿਸ ਨੂੰ ਸੀ ਡੋਮ ਦਾ ਨਾਮ ਦਿੱਤਾ ਗਿਆ ਹੈ। ਤੇ ਇਹ ਵੀ ਡਿਟੈਕਟ ਕਰਕੇ ਕਿਸੇ ਵੀ ਡਰੋਨ ਜਾਂ ਜਹਾਜ਼ ਨੂੰ ਉਡਾ ਦਿੰਦੀ ਹੈ। ਤੇ ਇੱਥੋਂ ਤੱਕ ਕਿ ਜੇ ਕੋਈ ਸਮੁੰਦਰ ਦੇ ਵਿੱਚੋਂ ਪਣਡੁੱਬੀ ਰਾਹੀਂ ਮਿਜ਼ਾਈਲ ਛੱਡ ਰਿਹਾ ਹੋਵੇ ਤਾਂ ਉਸ ਪਣਡੁੱਬੀ ਨੂੰ ਵੀ ਇਹ ਥੱਲੇ ਮਿਜ਼ਾਈਲ ਨਾਲ ਖਤਮ ਕਰ ਸਕਦਾ ਹੈ ਸਮੁੰਦਰ ਵਿੱਚੋਂ ਲੱਭ ਕੇ ਰਡਾਰ ਰਾਹੀਂ ਡਿਟੈਕਟ ਕਰਕੇ। ਸੋ ਕੈਸ਼ ਕਰੋ ਨੂੰ ਯੂਜ਼ ਕਰਨ ਲਈ 2 ਸਿੰਪਲ ਸਟੈਪ ਨੇ। ਸਭ ਤੋਂ ਪਹਿਲਾਂ ਤੁਸੀਂ ਡਿਸਕ੍ਰਿਪਸ਼ਨ ਵਿੱਚ ਦਿੱਤੇ ਗਏ ਲਿੰਕ ਰਾਹੀਂ ਡਾਊਨਲੋਡ ਕਰਕੇ ਇਸ ਵਿੱਚ ਸਾਈਨ ਅਪ ਕਰਨਾ ਹੈ ਤੇ ਤੁਸੀਂ ਪਲੇ ਸਟੋਰ ਤੋਂ ਸਿੱਧਾ ਡਾਊਨਲੋਡ ਵੀ ਕਰ ਸਕਦੇ ਹੋ। ਤੇ ਸਾਈਨ ਅਪ ਕਰਨ ਸਮੇਂ ਪੰਜਾਬ25 ਕੋਡ ਜ਼ਰੂਰ ਯੂਜ਼ ਕਰ ਲਿਓ ਤਾਂ ਜੋ ਤੁਹਾਨੂੰ 25 ਰੁਪਏ ਐਕਸਟਰਾ ਮਿਲ ਸਕਣ। ਸੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਨਾਲ ਦੀ ਨਾਲ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਇਹ ਇਨਫੋਰਮੇਸ਼ਨ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚ ਸਕੇ। ਤੇ ਹਰ ਰੋਜ਼ ਮੋਟੀਵੇਸ਼ਨ ਦਾ ਡੋਜ਼ ਲੈਣ ਲਈ ਸਾਨੂੰ ਇੰਸਟਾਗ੍ਰਾਮ ਤੇ ਫੋਲੋ ਜ਼ਰੂਰ ਕਰਿਓ, ਉੱਥੇ ਹਰ ਰੋਜ਼ ਮੋਟੀਵੇਸ਼ਨ ਦਾ ਡੋਜ਼ ਮਿਲਦਾ ਹੈ। ਤੇ ਨਵੇਂ ਦੋਸਤਾਂ ਨੂੰ ਬੇਨਤੀ ਹੈ ਕਿ ਹੋ ਸਕੇ ਤਾਂ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੀ ਨਾਲ ਬੈਲ ਦਾ ਬਟਨ ਜ਼ਰੂਰ ਦਬਾ ਲਿਓ ਤਾਂ ਜੋ ਸਾਡੀ ਨਵੀਂ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ। ਥੈਂਕ ਯੂ, ਧੰਨਵਾਦ।